ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਪਿਛਲੀ ਕਲਾਸ ਵਿੱਚ ਪੌੜੀ ਨੰਬਰ 21, 22, 23 ਕਰ ਲਿਆ ਸੀ, ਜਿਸ ਵਿੱਚ ਕਾਫੀ ਕੁਐਸਚਨ ਤੇ ਆਨਸਰ ਜਿਹੜੇ ਨੇ ਉਹ ਬੜੇ ਗਹਿਰਾਈ ਵਾਲੇ ਸਨ ਤੇ ਆਪਾਂ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਠੀਕ ਢੰਗ ਨਾਲ ਸਮਝ ਪਾਈਏ। ਫਿਰ ਵੀ ਜ਼ਰੂਰ ਉਕਾਈਆਂ ਹੋਈਆਂ ਹੋਣਗੀਆਂ ਤੇ ਉਹਨਾਂ ਲਈ ਖਿਮਾ। ਤੇ ਆਪਾਂ ਇੱਕ ਅਖੀਰ ਤੇ ਜਿਹੜਾ ਬਚਨ ਸੀ ਕਿ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ। ਸੋ ਉਸ ਦੀ ਵਿਚਾਰ ਕਰਦਿਆਂ ਆਪਾਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਜੋ 730 ਪੇਜ 'ਤੇ ਸੀ, ਤੇ ਆਪਾਂ ਇਹ ਵਿਚਾਰ ਕੀਤਾ ਸੀ ਕਿ ਤੁਸੀਂ ਸਾਰੇ ਉਸ ਨੂੰ ਪੜ੍ਹ ਕੇ ਆਓਗੇ। ਤੇ ਮੈਂ ਵੇਖਣਾ ਚਾਹੁੰਦਾ ਕਿ ਤੁਸੀਂ ਕਿੰਨਿਆਂ ਜਣਿਆਂ ਨੇ ਪੜ੍ਹਿਆ ਤੇ ਕਿੰਨਿਆਂ ਨੇ ਨਹੀਂ ਪੜ੍ਹਿਆ। ਤੁਸੀਂ ਪੜ੍ਹਿਆ? ਚਲੋ, ਤੁਸੀਂ ਬਹੁਤ ਚੰਗਾ ਕੀਤਾ। ਹਾਂਜੀ, ਥੀਮ ਤਾਂ ਉਹੀ ਹੈ। ਪਰ ਚਲੋ, ਜੇ ਤੁਸੀਂ ਬਾਕੀਆਂ ਨੇ ਨਹੀਂ ਵੀ ਪੜ੍ਹਿਆ ਤੇ ਜੇ ਹੋ ਸਕੇ ਤੇ ਫਿਰ ਪੜ੍ਹ ਲੈਣਾ, ਕਿਉਂਕਿ ਉਹ ਸ਼ਬਦ ਦੇ ਵਿੱਚ ਨਾ ਜਿਵੇਂ ਬਹੁਤ ਸਾਰੇ ਜਿਹੜੇ ਲੋਕ ਕਰਮ ਕਾਂਡ ਕਰਦੇ ਨੇ, ਤੀਰਥਾਂ 'ਤੇ ਜਾਣਾ, ਘਰ ਛੱਡਣਾ, ਧਾਰਮਿਕ ਚਿਹਨ ਸਰੀਰ ਉੱਤੇ ਧਾਰਨ ਕਰਨਾ, ਇਤਿਆਦਿਕ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਰੱਬ ਤੱਕ ਪਹੁੰਚ ਨਹੀਂ ਬਣਾ ਸਕਦੇ। ਇਹ ਚੀਜ਼ਾਂ ਲਾਹੇਵੰਦੀਆਂ ਹੋ ਸਕਦੀਆਂ ਨੇ, ਪਰ ਕਿਸੇ ਹੋਰ ਤਰ੍ਹਾਂ ਨਾਲ ਉਹਨਾਂ ਦੇ ਕੁਝ ਲਾਭ ਹੋਰ ਤੁਹਾਨੂੰ ਹੋ ਸਕਦੇ ਨੇ। ਪਰ ਜੇ ਤੁਸੀਂ ਚਾਹੋ ਕਿ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਰੱਬ ਤੱਕ ਪਹੁੰਚ ਕਰਨੀ ਹੈ, ਉਹ ਨਹੀਂ ਹੋਣੀ। ਸੋ ਇਹਨਾਂ ਚੀਜ਼ਾਂ ਦੇ ਗੁਣ ਜ਼ਰੂਰ ਨੇ ਕੁਝ, ਸਾਨੂੰ ਉਹਨਾਂ ਗੁਣਾਂ ਦੇ ਤਾਰ ਨਹੀਂ ਹੋਣਾ ਚਾਹੀਦਾ। ਸੋ ਜੇ ਹੋ ਸਕੇ ਤੇ ਸ਼ਬਦ ਤੁਸੀਂ ਪੂਰਾ ਪੜ੍ਹਨਾ। ਸੋ ਅੱਜ ਅਸੀਂ ਸ਼ੁਰੂ ਕਰਾਂਗੇ ਪੌੜੀ ਨੰਬਰ 24 ਤੋਂ। ਪੌੜੀ ਨੰਬਰ 24 ਵਿੱਚ ਤੇ ਅਗਲੀਆਂ ਕੁਝ ਪੌੜੀਆਂ ਵਿੱਚ ਹੁਣ ਸਵਾਲ ਨਹੀਂ ਹਨ, ਪਰ ਅਸੀਂ ਸਵਾਲ ਆਪਣੇ ਕੋਲੋਂ ਕ੍ਰੀਏਟ ਕਰ ਸਕਦੇ ਹਾਂ। ਪਰ ਮੈਂ ਸਮਝਦਾ ਕਿ ਜ਼ਰੂਰਤ ਨਹੀਂ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਿਵੇਂ ਲਿਖਿਆ ਹੈ ਉਸੇ ਤਰ੍ਹਾਂ ਠੀਕ ਹੈ। ਤੇ ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਜਦੋਂ ਕਈ ਵਾਰੀ ਅਸੀਂ ਬੈਠ ਕੇ ਬਹੁਤ ਸਾਰੇ ਲੋਕ ਗੱਲਬਾਤ ਕਰਦੇ ਹਾਂ, ਸਵਾਲ ਜਵਾਬ ਕਰਦੇ ਹਾਂ, ਤੇ ਕਈ ਵਾਰੀ ਜਵਾਬ ਦੇਣ ਵਾਲਾ ਬੰਦਾ ਜਿਹੜਾ ਹੈ, ਜਿਹਨੂੰ ਪੁੱਛਿਆ ਜਾ ਰਿਹਾ ਕੁਝ, ਉਹ ਕਈ ਚੀਜ਼ਾਂ ਵਿੱਚ ਐਡ ਕਰਨਾ ਚਾਹ ਰਿਹਾ ਹੁੰਦਾ ਹੈ। ਤੇ ਹੁਣ ਭਾਵੇਂ ਸਵਾਲ ਪੁੱਛਣ ਵਾਲਿਆਂ ਦੇ ਸਵਾਲ ਨਾ ਵੀ ਹੋਣ, ਪਰ ਉਹ ਬਹੁਤ ਸਾਰਾ ਹੋਰ ਕੁਝ ਵੀ ਦੱਸਣਾ ਚਾਹ ਰਿਹਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਇਹਨਾਂ ਲੋਕਾਂ ਨੂੰ ਜ਼ਰੂਰਤ ਹੈ ਦੱਸਣ ਦੀ। ਆਹ ਚੀਜ਼ਾਂ ਹੋਰ ਮੈਂ ਆਪਣੀ ਉਸ ਭਾਸ਼ਣ ਵਿੱਚ ਜਾਂ ਲੈਕਚਰ ਵਿੱਚ ਹੋਰ ਐਡ ਕਰ ਦਿਆਂ, ਤਾਂ ਕਿ ਸਾਰਿਆਂ ਨੂੰ ਹੋਰ ਚੰਗੀ ਤਰ੍ਹਾਂ ਪਿਛਲੇ ਜਿਹੜੇ ਸਿਧਾਂਤ ਆਏ ਨੇ ਉਹ ਸਮਝ ਆ ਸਕਣ। ਸੋ ਇਸ ਤਰ੍ਹਾਂ ਗੁਰੂ ਜੀ ਹੁਣ ਆਪਣੇ ਵੱਲੋਂ ਜਿਹੜੇ ਬਚਨ ਕਰਦੇ ਨੇ ਉਹ ਸਾਡੇ ਸਾਰਿਆਂ ਦੇ ਅਤੇ ਸਿੱਧਾਂ ਲੋਕਾਂ ਦੇ ਭਲੇ ਲਈ, ਤੇ ਉਹਨਾਂ ਨੂੰ ਹੋਰ ਰੱਬ ਦੇ ਬਾਰੇ, ਸਾਡੇ ਆਪਣੇ ਨਿੱਜੀ ਜੀਵਨ ਦੇ ਬਾਰੇ, ਇੱਕ ਤੱਕ ਕਿਵੇਂ ਪਹੁੰਚਿਆ ਜਾ ਸਕੇ, ਅਸੀਂ ਲੋਕ ਪੈਦਾ ਕਿੱਥੋਂ ਹੁੰਦੇ ਹਾਂ, ਕਿੱਥੇ ਸਮਾ ਜਾਂਦੇ ਹਾਂ, ਕਿਉਂਕਿ ਇਹੋ ਜਿਹੇ ਕੁਐਸਚਨ ਜੋਗੀਆਂ ਦੇ ਸਨ ਇਸ ਪਹਿਲਾਂ, ਤੇ ਉਹਨਾਂ ਨੂੰ ਹੋਰ ਡਿਟੇਲ ਵਿੱਚ ਗੁਰੂ ਜੀ ਨੇ ਦੱਸਿਆ। ਸੋ ਅਸੀਂ ਸ਼ੁਰੂ ਕਰਦੇ ਹਾਂ। ਪੌੜੀ ਨੰਬਰ 24 ਆਪ ਜੀ ਫਰਮਾ ਰਹੇ ਨੇ ਕਿ ਅਵਿਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ। ਤੇ ਆਪਾਂ ਇਸ ਜਿਹੜਾ ਅਵਿਗਤ ਸ਼ਬਦ ਹੈ, ਇਹਦੇ ਅਰਥ ਪਿੱਛੇ ਕੀਤੇ ਸਨ ਪੌੜੀ ਨੰਬਰ 22 ਵਿੱਚ। ਅਵਿਅਕਤ ਹੈ ਨਾ, ਵੀ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਅਵਿਗਤ ਪਰਮਾਤਮਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਾਕੀ ਹੋਰ ਵੀ ਕੁਦਰਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਹਰ ਮਨੁੱਖ ਬਿਆਨ ਨਹੀਂ ਕਰ ਸਕਦਾ।
ਤੇ ਪਰਮਾਤਮਾ ਨੂੰ ਤੇ ਪੂਰਨ ਤੌਰ ਤੇ ਕੋਈ ਵੀ ਨਹੀਂ ਕਰ ਸਕਦਾ। ਸੋ ਇਸ ਲਈ ਉਸ ਨੂੰ ਅਵਿਅਕਤ ਆਖਿਆ ਗਿਆ ਹੈ। ਨਿਰਮਾਇਲ, ਨਿਰਮਲ, ਉਪਜੇ ਨਿਰਗੁਣ ਤੇ ਸਰਗੁਣ ਥੀਆ। ਪਿੱਛੇ ਉਹਨਾਂ ਨੇ ਕੁਝ ਸਵਾਲ ਕੀਤੇ ਸਨ ਕਿ ਆਦਿ ਕੋ ਕਵਨ ਵਿਚਾਰ ਕਥੀ ਅਲੇ, ਵੀ ਤੁਸੀਂ ਆਦਿ ਦਾ ਕੀ ਵਿਚਾਰ ਕਥਨ ਕਰਦੇ ਹੋ। ਸੋ ਇੱਥੇ ਗੁਰੂ ਜੀ ਹੋਰ ਸਾਨੂੰ ਡਿਟੇਲ ਵਿੱਚ ਜਾ ਕੇ ਸਮਝਾ ਰਹੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਦੇ ਬਾਰੇ ਕੋਈ ਬਹੁਤਾ ਕੁਝ ਨਹੀਂ ਆਖਿਆ ਜਾ ਸਕਦਾ, ਉਹ ਅਵਿਅਕਤ ਹੈ ਅਤੇ ਉਹ ਨਿਰਮਲ ਹੈ, ਮੈਲ ਤੋਂ ਰਹਿਤ ਹੈ। ਅਵਿਗਤੋ ਨਿਰਮਾਇਲ ਉਪਜੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਤੋਂ ਹੀ ਹੈ ਤੇ ਉਸ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਉਪਜਦੀ ਹੈ, ਪੈਦਾ ਹੁੰਦੀ ਹੈ। ਆਸਾ ਦੀ ਵਾਰ ਵਿਚਲੇ ਜਿਹੜੇ ਬਚਨ ਸਨ ਗੁਰੂ ਨਾਨਕ ਸਾਹਿਬ ਦੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਸੋ ਉਹ ਪ੍ਰਮਾਤਮਾ ਆਪਣੇ ਆਪ ਤੋਂ ਹੈ, ਸੈਭੰਗ ਹੈ ਤੇ ਨਿਰਮਲ ਹੈ। ਉਹ ਆਪਣੇ ਆਪ ਤੋਂ ਹੈ ਤੇ ਸ੍ਰਿਸ਼ਟੀ ਉਸ ਤੋਂ ਉਪਜਦੀ, ਉਸ ਤੋਂ ਪੈਦਾ ਹੁੰਦੀ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪਣੇ ਨਿਰਗੁਣ ਸਵਰੂਪ ਤੋਂ ਸਰਗੁਣ ਹੁੰਦਾ ਹੈ, ਉਦੋਂ ਸ੍ਰਿਸ਼ਟੀ ਬਣ ਜਾਂਦੀ ਹੈ। ਤੇ ਜਦੋਂ ਸਰਗੁਣ ਤੋਂ ਨਿਰਗੁਣ ਹੁੰਦਾ ਹੈ, ਉਦੋਂ ਇਹ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਹੀ ਲੈ ਹੋ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਸੋ ਇੱਥੇ ਗੁਰੂ ਜੀ ਹੋਰ ਉਸ ਬਚਨ ਦੀ ਵਿਆਖਿਆ ਕਰਦੇ ਨੇ, ਆਦਿ ਕੋ ਕਵਨ ਵਿਚਾਰ ਕਥੀ ਅਲੇ, ਸੁਨ ਕਹਾਂ ਘਰ ਵਾਸੋ। ਸੋ ਨਿਰਗੁਣ ਤੇ ਸਰਗੁਣ ਨੂੰ ਆਪਾਂ ਪਿਛਲੀ ਕਲਾਸ ਵਿੱਚ ਵਾਹ ਅਖੀਰ ਤੇ ਬਾਅਦ ਵਿੱਚ ਜਾ ਕੇ ਚੰਗੀ ਤਰ੍ਹਾਂ ਸਮਝ ਲਿਆ ਸੀ। ਸੋ ਉਹਨੂੰ ਮੈਂ ਸੰਖੇਪ ਵਿੱਚ ਆਖਣਾ ਚਾਹਾਂਗਾ ਕਿ ਜਿਹੜੇ ਮਾਇਆ ਦੇ 3 ਗੁਣ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ 3 ਗੁਣਾਂ ਤੋਂ ਰਹਿਤ ਹੁੰਦਾ ਹੈ, ਉਦੋਂ ਉਹ ਸੁੰਨ ਅਵਸਥਾ ਵਿੱਚ ਹੁੰਦਾ ਹੈ, ਉਦੋਂ ਅਫੁਰ ਅਵਸਥਾ ਵਿੱਚ ਹੁੰਦਾ ਹੈ। ਸੋ ਉਸ ਅਵਸਥਾ ਨੂੰ ਨਿਰਗੁਣ ਅਵਸਥਾ ਆਖਦੇ ਨੇ। ਤੇ ਜਦੋਂ ਉਹ ਮਾਇਆ ਦੇ 3 ਗੁਣਾਂ ਦੇ ਸਹਿਤ ਹੁੰਦਾ ਹੈ, ਉਸ ਨੂੰ ਸਰਗੁਣ ਅਵਸਥਾ ਆਖਦੇ ਨੇ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੇ ਸਹਿਤ ਜਦੋਂ ਹੁੰਦਾ ਹੈ ਉਹ ਪ੍ਰਮਾਤਮਾ, ਉਸ ਅਵਸਥਾ ਨੂੰ ਸਰਗੁਣ ਅਵਸਥਾ ਆਖਦੇ ਨੇ। ਸੋ ਇਹ ਉਸ ਮਾਲਕ ਦੀਆਂ 2 ਅਵਸਥਾਵਾਂ ਨੇ, ਇੱਕ ਅਫੁਰ ਅਵਸਥਾ, ਇੱਕ ਫੁਰਨੇ ਵਾਲੀ ਅਵਸਥਾ। ਇੱਕ ਮਾਇਆ ਦੇ 3 ਗੁਣਾਂ ਤੋਂ ਰਹਿਤ ਅਵਸਥਾ, ਇੱਕ ਮਾਇਆ ਦੇ 3 ਗੁਣਾਂ ਵਾਲੀ ਅਵਸਥਾ। ਸੋ ਉਹ ਨਿਰਗੁਣ ਤੇ ਸਰਗੁਣ ਥੀਆ, ਉਹ ਅਕਾਲ ਪੁਰਖ ਵਾਹਿਗੁਰੂ ਅਫੁਰ ਅਵਸਥਾ ਤੋਂ, ਮਾਇਆ ਦੇ 3 ਗੁਣਾਂ ਵਾਲੀ ਰਹਿਤ ਅਵਸਥਾ ਤੋਂ, ਉਹਨੇ ਮਾਇਆ ਦੇ 3 ਗੁਣਾਂ ਦੇ ਸਹਿਤ ਵਾਲੀ ਅਵਸਥਾ ਨੂੰ ਧਾਰਨ ਕਰ ਲਿਆ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲੀਆ। ਤੇ ਉਹਨਾਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਐਸਚਨ ਕੀਤੇ ਸਨ ਕਿ ਜੀਵ ਕਿੱਥੋਂ ਆਉਂਦਾ ਹੈ ਤੇ ਕਿੱਥੇ ਸਮਾ ਜਾਂਦਾ ਹੈ। ਸੋ ਗੁਰੂ ਜੀ ਹੋਰ ਵਿਆਖਿਆ ਉਹਦੀ ਕਰਦੇ ਨੇ, ਸਤਿਗੁਰ ਪਰਚੈ, ਪਰਚੈ ਦਾ ਮਤਲਬ ਹੈ ਭਤੀਜਣਾ, ਮਨ ਦਾ ਪਰਚ ਜਾਣਾ, ਮਨ ਦੀ ਤਸੱਲੀ ਹੋ ਜਾਣੀ। ਸਤਿਗੁਰੂ ਦੇ ਭਤੀਜਨ ਨਾਲ ਪਰਮ ਪਦ ਪਾਈਏ, ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੇ ਸਤਿਗੁਰੂ ਕਦੋਂ ਭਤੀਜਦੇ ਨੇ? ਜਦੋਂ ਅਸੀਂ ਆਪਣੇ ਆਪ ਨੂੰ ਉਸ ਲੈਵਲ ਤੇ ਉਹਨਾਂ ਦੇ ਵਿਸ਼ਵਾਸ ਪਾਤਰ ਬਣਾ ਲੈਂਦੇ ਹਾਂ, ਜਦੋਂ ਉਹਨਾਂ ਨੂੰ ਸਾਡੇ ਉੱਤੇ ਪੂਰਨ ਯਕੀਨ ਹੋ ਜਾਂਦਾ ਹੈ ਕਿ ਇਹ ਬੰਦਾ ਹੁਣ ਮਾਇਆ ਦੇ 3 ਗੁਣਾਂ ਵਿੱਚ ਰਹਿੰਦਾ ਹੋਇਆ ਵਿਕਾਰਾਂ ਵਿੱਚ ਡੋਲੇਗਾ ਨਹੀਂ, ਉਦੋਂ ਉਹ ਸਾਡੇ ਤੇ ਭਤੀਜਦੇ ਨੇ। ਤੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਜਿਹੜੇ ਹੁੰਦੇ ਨੇ ਸੰਸਾਰ ਦੇ ਅੰਦਰ, ਜਿੰਨੇ ਵੀ ਵੱਡੇ ਲੈਵਲ ਦੇ ਮਹਾਂਪੁਰਸ਼ ਆਏ ਨੇ, ਜਦੋਂ ਆਪਣੇ ਕਿਸੇ ਸੇਵਕ ਉੱਤੇ ਉਹ ਖੁਸ਼ ਹੁੰਦੇ ਨੇ ਤੇ ਉਹਦੀ ਪਰਖ ਜ਼ਰੂਰ ਕਰਦੇ ਨੇ। ਜੇ ਉਹ ਪਰਖ ਵਿੱਚੋਂ ਪੂਰਾ ਉਤਰੇ ਤੇ ਉਹ ਸੇਵਕ ਉਹਨਾਂ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਜਿਹੜਾ ਪਰਖ ਵਿੱਚ ਪੂਰਾ ਨਾ ਉਤਰੇ, ਕਿਸੇ ਕਾਰਨ ਡੋਲ ਜਾਏ, ਤੇ ਉਹਨੂੰ ਫਿਰ ਮੌਕਾ ਹੋਰ ਦਿੰਦੇ ਨੇ ਕਿ ਤੂੰ ਅਜੇ ਹੋਰ ਮਿਹਨਤ ਕਰ, ਮਸ਼ੱਕਤ ਕਰ। ਜਦੋਂ ਤੂੰ ਇਸ ਪਰਖ ਦੇ ਵਿੱਚੋਂ ਪੂਰਾ ਉਤਰੇਂਗਾ ਤਾਂ ਤੂੰ ਵੀ ਉਸ ਜਗ੍ਹਾ ਤੇ ਪ੍ਰਵਾਨ ਹੋ ਜਾਏਗਾ।
ਸੋ ਸਾਰੇ ਸੰਸਾਰ ਦੇ ਮਹਾਂਪੁਰਸ਼ਾਂ ਨੇ ਇਹੋ ਹੀ ਤਰੀਕਾ ਅਪਣਾਇਆ ਆਪਣੇ ਸੇਵਕ ਨੂੰ ਪਰਖਣ ਵਾਲਾ, ਤੇ ਗੁਰੂਆਂ ਨੇ ਵੀ ਇਸ ਤਰ੍ਹਾਂ ਹੀ ਅਪਣਾਇਆ ਹੈ। ਉਹਨਾਂ ਨੇ ਭਾਈ ਲਹਿਣੇ ਦੀ ਪਰਖ ਕੀਤੀ ਤੇ ਅਖੀਰ ਤੇ ਪੰਜਾਂ ਪਿਆਰਿਆਂ ਦੀ ਪਰਖ ਕੀਤੀ। ਸੋ ਜਿਨ੍ਹਾਂ ਨੇ ਆਪਣੇ ਸਿਰ ਦੇ ਕੇ ਤੇ ਦਿੱਤੇ ਤਾਂ ਗੁਰੂ ਭਤੀਜਿਆ, ਤਾਂ ਗੁਰੂ ਉਹਨਾਂ ਤੇ ਖੁਸ਼ ਹੋਇਆ, ਤਾਂ ਗੁਰੂ ਪ੍ਰਸੰਨ ਹੋਇਆ, ਗੁਰੂ ਨੂੰ ਵਿਸ਼ਵਾਸ ਬਣ ਗਿਆ ਕਿ ਇਹ ਬੰਦੇ ਹੁਣ ਆਪਣਾ ਆਪਾ ਪੂਰਨ ਤੌਰ ਤੇ ਗੁਰੂ ਦੇ ਸਮਰਪਿਤ ਹੋ ਚੁੱਕੇ ਨੇ, ਇਹ ਹੁਣ ਕਦੇ ਨਹੀਂ ਡੋਲਣਗੇ। ਸੋ ਜਦੋਂ ਕੋਈ ਮਨੁੱਖ ਸਤਿਗੁਰੂ ਦੇ ਪਰਚੇ ਵਿੱਚ ਪੂਰਾ ਉਤਰਦਾ ਹੈ ਤਾਂ ਪਰਮ ਪਦ ਪਾਈ ਹੈ, ਉਸ ਨੂੰ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੀ ਉੱਚੀ ਆਤਮਿਕ ਅਵਸਥਾ ਵਿੱਚ ਗਿਆ ਮਨੁੱਖ ਕਦੇ ਡੋਲਦਾ ਨਹੀਂ। ਸਾਚਾ ਸ਼ਬਦ ਸਮਾਏ ਲੀਆ, ਉਸ ਵਕਤ ਫਿਰ ਜਿਹੜਾ ਇੱਥੇ ਸ਼ਬਦ ਹੈ, ਇਸ ਸ਼ਬਦ ਦੇ ਅਰਥ ਗਿਆਨੀ ਹਰਬੰਸ ਸਿੰਘ ਜੀ ਨੇ ਬ੍ਰਹਮ ਕੀਤੇ ਹੋਏ ਨੇ। ਸਾਚਾ ਸ਼ਬਦ ਸਮਾਏ ਲੀਆ, ਉਹ ਸੱਚੇ ਬ੍ਰਹਮ ਦੇ ਵਿੱਚ, ਬ੍ਰਹਮ ਨੇ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ। ਸੋ ਇਸ ਦੇ ਅਰਥ ਉਹਨਾਂ ਨੇ ਇਸ ਤਰ੍ਹਾਂ ਕੀਤੇ ਨੇ ਕਿ ਜਦੋਂ ਕੋਈ ਮਨੁੱਖ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜਾਂ ਗੁਰੂ ਦੇ ਪਰਚੇ ਵਿੱਚ ਪੂਰਾ ਉਤਰਦਾ ਹੈ, ਉਸ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਆਪਣੇ ਆਪੇ ਵਿੱਚ ਸਮਾ ਲੈਂਦਾ ਹੈ, ਭਾਵ ਲੀਨ ਕਰ ਲੈਂਦਾ ਹੈ। ਏਕੇ ਕਉ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਤੇ ਜਿਹੜਾ ਮਨੁੱਖ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਉੱਚੀ ਪਰਮ ਪਦਵੀ ਹਾਸਲ ਕਰ ਲੈਂਦਾ ਹੈ, ਉਹ ਫਿਰ ਕੇਵਲ ਇੱਕ ਨੂੰ ਹੀ ਜਾਣਦਾ ਹੈ, ਇੱਕ ਨੂੰ ਹੀ ਪਹਿਚਾਣਦਾ ਹੈ, ਇੱਕ ਨੂੰ ਹੀ ਸਮਝਦਾ ਹੈ। ਫਿਰ ਉਹ ਕਹਿ ਉੱਠਦਾ ਹੈ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਉਸ ਦੀ ਅਵਸਥਾ ਬਣਦੀ ਹੈ ਤੇ ਉਹਨੂੰ ਫਿਰ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਉਸ ਤੋਂ ਪੈਦਾ ਹੋਈਆਂ ਹੀ ਨਜ਼ਰ ਆਉਂਦੀਆਂ ਨੇ, ਉਹਦੇ ਮੁਕਾਬਲੇ ਦੀ ਕੋਈ ਚੀਜ਼ ਨਹੀਂ ਹੁੰਦੀ। ਸੋ ਏਕੇ ਕਉ ਸੱਚ ਏਕਾ ਜਾਣੈ, ਉਹ ਮਨੁੱਖ ਉਸ ਇੱਕ ਨੂੰ, ਕਉ ਦਾ ਮਤਲਬ ਇਹਨੂੰ, ਉਸ ਇੱਕ ਨੂੰ ਸੱਚ ਏਕਾ ਜਾਣੈ, ਸਹੀ ਮਾਇਨਿਆਂ ਵਿੱਚ ਇੱਕ ਹੀ ਜਾਣਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਨੰਬਰ 1 ਵਰਤਿਆ। ਸੋ ਉਹਨਾਂ ਦੀ ਸਮੁੱਚੀ ਸਿੱਖਿਆ, ਸਮੁੱਚੀ ਬਾਣੀ ਉਸ ਇੱਕ ਦੇ ਹੀ ਨੇੜੇ ਤੇੜੇ ਰਹਿੰਦੀ ਹੈ, ਉਹਦੇ ਦੁਆਲੇ, ਉਸ ਨੂੰ ਛੱਡ ਕੇ ਉਹ ਕਿਤੇ ਨਹੀਂ ਜਾਂਦੇ। ਇਹੋ ਜਿਹੇ ਮਨੁੱਖਾਂ ਨੇ ਹਉਮੈ ਦੂਜਾ ਦੂਰ ਕੀਆ, ਆਪਣੇ ਮਨ ਵਿੱਚੋਂ ਦੂਜਾ ਭਾਵ ਯਾਨੀ ਦਵੈਸ਼ ਭਾਵ ਤੇ ਹਉਮੈ, ਇਹ ਦੋ ਬਹੁਤ ਵੱਡੀਆਂ ਬਿਮਾਰੀਆਂ ਨੇ ਮਨੁੱਖ ਨੂੰ, ਜਿਹੜੀਆਂ ਸਾਨੂੰ ਰੱਬ ਜੀ ਤੋਂ ਹਮੇਸ਼ਾ ਦੂਰ ਰੱਖਦੀਆਂ ਨੇ। ਦੂਜੇ ਤੋਂ ਭਾਵ ਵੀ ਹੈ ਕਿ ਇੱਕ ਨੂੰ ਛੱਡ ਕੇ ਕਿਸੇ ਦੂਜੇ ਨਾਲ ਆਪਣੀ ਸੁਰਤ ਦਾ ਲਾਉਣਾ, ਤੇ ਹਉਮੈ ਦਾ ਮਤਲਬ ਹੈ ਜੋ ਸਾਡੇ ਅੰਦਰ ਤੇ ਪਰਮਾਤਮਾ ਦੇ ਅੰਦਰ ਇੱਕ ਦੀਵਾਰ ਖੜੀ ਕਰਦਾ ਜਿਹੜਾ ਜਜ਼ਬਾ, ਉਸ ਨੂੰ ਹਉਮੈ ਆਖਦੇ ਨੇ। ਵੀ ਮੈਂ ਹਾਂ, ਆਪਣੇ ਆਪ ਨੂੰ ਉਸ ਵਾਹਿਗੁਰੂ ਜੀ ਦੇ ਨਾਲੋਂ ਵੱਖਰਾ ਸਮਝਣਾ ਜਾਂ ਮਹਿਸੂਸ ਕਰਨਾ, ਉਸ ਨੂੰ ਹਉਮੈ ਆਖਦੇ ਨੇ। ਸੋ ਉਹਨਾਂ ਲੋਕਾਂ ਨੇ ਦੋਵੇਂ ਚੀਜ਼ਾਂ ਦੂਰ ਕਰ ਲਈਆਂ ਹੁੰਦੀਆਂ ਨੇ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਜਾਣਦੇ ਨੇ। ਹੁਣ ਇੱਥੇ ਦੱਸਦੇ ਨੇ ਸੋ ਜੋਗੀ ਗੁਰ ਸ਼ਬਦ ਪਛਾਣੈ। ਉੱਥੇ ਗੁਰੂ ਜੀ ਨੇ ਪੌੜੀ ਨੰਬਰ 23 ਵਿੱਚ ਦੱਸਿਆ ਸੀ, ਆਪ ਮੇਟ ਨਿਰਾਲਮ ਹੋਵੈ, ਆਪਾ ਭਾਵ ਮਿਟਾ ਕੇ ਤੇ ਇਸ ਦੁਨੀਆ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਜਾਵੇ। ਅੰਤਰ ਸਾਚ, ਉਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੋ ਸੱਚ ਸਵਰੂਪ ਹੈ ਉਹ ਵਸ ਜਾਏ। ਜੋਗੀ ਕਹੀਐ ਸੋਈ, ਉਸ ਨੂੰ ਜੋਗੀ ਆਖਦੇ ਨੇ, ਉਹਨੂੰ ਜੁੜਿਆ ਹੋਇਆ ਆਖਦੇ ਨੇ। ਇੱਥੇ ਕਹਿੰਦੇ ਨੇ ਸੋ ਜੋਗੀ ਗੁਰ ਸ਼ਬਦ ਪਛਾਣੈ। ਹੁਣ ਗੁਰੂ ਦਾ ਸ਼ਬਦ ਕੀ ਆ ਜੋ ਦੱਸਿਆ ਉੱਤੇ, ਇਹ ਗੁਰੂ ਦਾ ਸ਼ਬਦ ਹੈ, ਗੁਰੂ ਦਾ ਬਚਨ ਹੈ, ਗੁਰੂ ਦੀ ਸਿੱਖਿਆ ਹੈ। ਜਿਹੜਾ ਮਨੁੱਖ ਇਸ ਨੂੰ ਸਮਝ ਲੈਂਦਾ, ਇਸ ਨੂੰ ਪਹਿਚਾਨ ਲੈਂਦਾ ਹੈ, ਅੰਤਰ ਕਮਲ ਪ੍ਰਗਾਸ ਥੀਆ, ਉਹਦੇ ਅੰਦਰ ਦਾ ਕਮਲ ਫੁੱਲ ਪ੍ਰਕਾਸ਼ਮਾਨ ਹੋ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਉਹਦੇ ਹਿਰਦੇ ਵਿੱਚ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਬਣ ਜਾਂਦੀ ਹੈ। ਕੁਝ ਵਿਦਵਾਨਾਂ ਨੇ ਐਸਾ ਕੁਝ ਲਿਖਿਆ ਹੋਇਆ ਹੈ ਕਈ ਥਾਈਂ ਕਿ ਸਾਡੇ ਅੰਦਰ ਦੀ ਇੱਕ ਅਵਸਥਾ ਹੈ ਫਿਜ਼ੀਕਲੀ,
ਜੋ ਸਾਡਾ ਹਿਰਦਾ ਕਮਲ ਹੈ ਉਹ ਪੁੱਠਾ ਹੈ, ਉਹ ਸਿਮਰਨ ਦੁਆਰਾ ਸਿੱਧਾ ਹੋ ਜਾਂਦਾ ਹੈ। ਸੋ ਅਸੀਂ ਉਸ ਪਾਸੇ ਜ਼ਿਆਦਾ ਨਹੀਂ ਜਾਣਾ, ਕਿਉਂਕਿ ਸਾਡੇ ਵਿੱਚੋਂ ਕਿਸੇ ਦਾ ਵੀ ਸਿੱਧਾ ਨਹੀਂ ਹੋਇਆ ਅਜੇ ਇਸ ਲਈ ਸਾਨੂੰ ਉਹਦਾ ਬਹੁਤਾ ਗਿਆਨ ਨਹੀਂ। ਸੋ ਅਸੀਂ ਇਸ ਤਰ੍ਹਾਂ ਹੀ ਸਮਝ ਲਈਏ ਕਿ ਅੰਦਰ ਦਾ ਜਿਹੜਾ ਕਮਲ ਹੈ, ਭਾਵ ਹਿਰਦਾ ਹੈ, ਉਹ ਵਿਗਾਸ ਵਿੱਚ, ਉਹ ਖੁਸ਼ੀ ਵਿੱਚ, ਉਹ ਖਿੜਾਓ ਵਿੱਚ ਰਹਿੰਦਾ ਹੈ। ਤੇ ਉਹ ਮਨੁੱਖ ਫਿਰ ਚਰਖੀਆਂ ਤੇ ਚੜ੍ਹ ਜਾਂਦੇ ਨੇ, ਉਹ ਮਨੁੱਖ ਬੰਦ ਕਟਵਾ ਜਾਂਦੇ ਨੇ, ਉਹ ਮਨੁੱਖ ਦੁਨੀਆ ਦੇ ਹਰ ਦੁੱਖ ਨੂੰ, ਬਿਪਤਾ ਨੂੰ ਖਿੜੇ ਮੱਥੇ ਸਹਿਣ ਕਰ ਜਾਂਦੇ ਨੇ, ਪਰ ਆਪਣਾ ਆਪਾ ਸੱਚ ਨਾਲ ਜੋੜੀ ਰੱਖਦੇ ਨੇ, ਉਹਦੇ ਨਾਲ ਟੁੱਟਣ ਨਹੀਂ ਦਿੰਦੇ। ਸੋ ਇਸ ਨੂੰ ਕਮਲ ਪ੍ਰਗਾਸ ਥੀਆ ਅਸੀਂ ਹੁਣ ਦੇ ਲਈ ਇਸ ਤਰ੍ਹਾਂ ਹੀ ਸਮਝ ਲਈਏ। ਜਦੋਂ ਕੋਈ ਭਾਗਾਂ ਵਾਲਾ ਮਨੁੱਖ ਸਿਮਰਨ ਵਿੱਚ ਜੁੜਦਾ ਹੈ, ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹੁੰਦਾ ਹੈ, ਤੇ ਉਹ ਇਹਨਾਂ ਅਵਸਥਾਵਾਂ ਨੂੰ ਮਹਿਸੂਸ ਵੀ ਕਰਦਾ ਹੈ। ਸੋ ਉਸ ਨੂੰ ਜੋਗੀ ਆਖਦੇ ਨੇ, ਉਸ ਨੂੰ ਜੁੜਿਆ ਹੋਇਆ ਮਨੁੱਖ ਆਖਦੇ ਨੇ, ਜਿਹੜਾ ਗੁਰੂ ਦੇ ਸ਼ਬਦ ਨੂੰ ਪਹਿਚਾਣ ਕੇ ਤੇ ਅੰਤਰ ਆਤਮੇ ਹਰ ਵਕਤ ਖਿੜਾਓ ਵਾਲੀ ਅਵਸਥਾ ਵਿੱਚ ਰਹਿੰਦਾ ਹੈ। ਜੀਵਤ ਮਰੈ ਤਾਂ ਸਭ ਕੁਝ ਸੂਝੈ। ਜਦੋਂ ਉਹ ਮਨੁੱਖ ਜੀਵਤ ਮਰੈ ਤੋਂ ਭਾਵ ਹੁੰਦਾ ਹੈ ਕਿ ਆਪਣੱਤ ਨੂੰ ਤਿਆਗ ਦਿੰਦਾ ਹੈ, ਜੀਵਤ ਭਾਵ ਤੋਂ ਮਰ ਜਾਣਾ, ਹਉਮੈ ਦਾ ਤਿਆਗ ਕਰ ਦੇਣਾ, ਤਾਂ ਸਭ ਕੁਝ ਸੂਝੈ। ਉਦੋਂ ਉਸ ਨੂੰ ਤਿੰਨੇ ਭਵਨ ਸੁੱਝਦੇ ਨੇ। ਜਿਵੇਂ ਤਿੰਨ ਕਾਲ ਨੇ, ਤਿੰਨ ਭਵਨ ਨੇ, ਤਿੰਨ ਲੋਕ ਨੇ। ਇਹ ਸਾਰੀਆਂ ਚੀਜ਼ਾਂ ਸਿਰਫ ਇਸ ਤਰ੍ਹਾਂ ਹੀ ਸੰਬੰਧਿਤ ਨੇ ਕਿ ਇੱਕ ਚੀਜ਼ ਬੀਤੀ ਹੋਈ ਏ, ਇੱਕ ਹੁਣ ਚੱਲ ਰਹੀ ਏ ਤੇ ਇੱਕ ਆਉਣ ਵਾਲੀ ਏ। ਇਸੇ ਤਰ੍ਹਾਂ ਹੀ ਜਿਸ ਅਵਸਥਾ 'ਤੇ ਅਸੀਂ ਹਾਂ, ਸਾਡੀਆਂ ਵੀ ਕੁਝ ਅਵਸਥਾਵਾਂ ਨੇ ਜਿਹੜੀਆਂ ਬੀਤ ਚੁੱਕੀਆਂ ਨੇ। ਪਹਿਲਾਂ ਹੋ ਸਕਦਾ ਅਸੀਂ ਜ਼ਿਆਦਾ ਕਾਮੀ ਕ੍ਰੋਧੀ ਹੋਈਏ, ਹੁਣ ਹੋ ਸਕਦਾ ਅੱਗੇ ਨੂੰ ਕੁਛ ਘੱਟ ਹੋ ਗਏ ਹੋਈਏ, ਹੋ ਸਕਦਾ ਆਉਣ ਵਾਲੇ ਸਮੇਂ 'ਚ ਹੋਰ ਘੱਟ ਹੋ ਜਾਈਏ, ਤੇ ਇਹ ਵੀ ਹੋ ਸਕਦਾ ਵਧੇਰੇ ਵੀ ਹੋ ਜਾਣ। ਸੋ ਅਵਸਥਾਵਾਂ ਮਨੁੱਖ ਦੀਆਂ ਬਦਲਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਤਿੰਨ ਲੋਕ ਹੁੰਦੇ ਨੇ, ਇਹ ਮਾਤ ਲੋਕ, ਪਾਤਾਲ ਲੋਕ ਤੇ ਆਕਾਸ਼ ਲੋਕ। ਤੇ ਉਸ ਮਨੁੱਖ ਨੂੰ ਜਿਹੜਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਹਉਮੈ ਦਾ ਤਿਆਗ ਕਰ ਦਿੰਦਾ ਹੈ ਤੇ ਵਾਹਿਗੁਰੂ ਜੀ ਦੇ ਵਿੱਚ ਲਗਾਤਾਰ ਸਮਾ ਜਾਂਦਾ ਹੈ, ਉਸ ਨੂੰ ਤਿੰਨੇ ਲੋਕ ਸੁੱਝਦੇ ਨੇ, ਤਿੰਨੇ ਕਾਲ ਸੁੱਝਦੇ ਨੇ। ਉਹ ਬੀਤੇ ਦੀ ਗੱਲ ਕਰ ਸਕਦਾ ਹੈ ਤੇ ਉਹ ਆਉਣ ਵਾਲੇ ਦੀ ਵੀ ਗੱਲ ਕਰ ਸਕਦਾ ਹੈ। ਸੋ ਇਹਦੇ ਉੱਤੇ ਕਈ ਵਾਰੀ ਲੋਕ ਬਹਿਸ ਕਰਦੇ ਨੇ, ਪਰ ਗੁਰਬਾਣੀ ਵਿੱਚ ਇੱਕ ਪ੍ਰਮਾਣ ਹੈ। ਗੁਰੂ ਨਾਨਕ ਦੇਵ ਜੀ ਨੇ ਆਉਣ ਵਾਲੇ ਸਮੇਂ ਦੀ ਉਦੋਂ ਗੱਲ ਆਖੀ ਸੀ, ਆਉਣ 78 ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਉਹ ਸ਼ਬਦ ਵਿੱਚ ਉਹ ਜਿਹੜੀ ਗੱਲ ਹੈ ਉਹ ਆਉਣ ਵਾਲੇ ਸਮੇਂ ਦੀ ਕੀਤੀ ਗਈ ਸੀ ਉਸ ਵਕਤ, ਪਰ ਉਹ ਹੁਣ ਹੋ ਚੁੱਕੀ ਹੈ। ਉਸ ਵਕਤ ਆਉਣ ਵਾਲੇ ਸਮੇਂ ਦੀ ਉਹ ਗੱਲ ਕੀਤੀ ਗਈ ਸੀ। ਸੋ ਉਹ ਲੋਕ ਜਿਹੜੇ ਆਪਣੇ ਆਪੇ ਨੂੰ ਤਿਆਗ ਕੇ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦੇ ਨੇ, ਉਹ ਬੀਤੇ ਦੀਆਂ ਗੱਲਾਂ ਵੀ ਦੱਸ ਸਕਦੇ ਨੇ, ਚੱਲ ਰਹੇ ਸਮੇਂ ਦੀਆਂ ਵੀ ਦੱਸ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੀਆਂ ਵੀ ਦੱਸ ਸਕਦੇ ਨੇ। ਇਸ ਲਈ ਸਭ ਕੇ ਸੂਝੈ, ਉਹਨਾਂ ਨੂੰ ਸਾਰੀ ਲੋ ਹੋ ਜਾਂਦੀ ਹੈ, ਚਾਨਣਾ ਹੋ ਜਾਂਦਾ ਹੈ। ਅੰਤਰ ਜਾਣੈ ਸਰਬ ਦਇਆ, ਉਹ ਫਿਰ ਆਪਣੇ ਮਨ ਕਰਕੇ ਸਾਰਿਆਂ ਜੀਵਾਂ ਉੱਤੇ ਦਇਆ ਕਰਨ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ। ਤੇ ਫਿਰ ਕੇਵਲ ਉਸ ਨੂੰ ਜਾਣ ਹੀ ਨਹੀਂ ਲੈਂਦਾ, ਸਗੋਂ ਉਹ ਕਰਦਾ ਹੈ। ਜਿਹੜੇ ਵੀ ਮਹਾਂਪੁਰਸ਼ ਉਸ ਲੈਵਲ ਦੇ ਹੁੰਦੇ ਨੇ, ਗੁਰੂਆਂ ਦੇ ਲੈਵਲ ਦੇ, ਉਹ ਕੇਵਲ ਗੱਲਾਂ ਕਹਿੰਦੇ ਨਹੀਂ ਹਨ। ਅਸੀਂ ਲੋਕ ਸਿਰਫ ਕਹਿੰਦੇ ਹਾਂ, ਕਰਦੇ ਨਹੀਂ ਹਾਂ। ਮਤਲਬ ਬਹੁਤ ਘੱਟ ਕਰਦੇ ਹਾਂ, ਜੇ ਕਰਦੇ ਵੀ ਹਾਂ ਤੇ। ਪਰ ਉਹ ਲੋਕ ਜੋ ਕਹਿੰਦੇ ਨੇ ਉਹ ਹੀ ਕਰਦੇ ਨੇ। ਉਹ ਇਸ ਤਰ੍ਹਾਂ ਇੱਕ ਅੱਖਰ ਵੀ ਫਾਲਤੂ ਨਹੀਂ ਬੋਲਦੇ, ਜੋ ਕਹਿੰਦੇ ਨੇ ਉਹ ਹੀ ਕਰਦੇ ਨੇ, ਜੋ ਕਰਦੇ ਨੇ ਉਹ ਹੀ ਉਹ ਕਹਿੰਦੇ ਨੇ। ਸੋ ਇਹੋ ਜਿਹੇ ਲੋਕ ਜਦੋਂ ਉਸ ਅਵਸਥਾ ਵਿੱਚ ਪਹੁੰਚਦੇ ਨੇ, ਆਪਾ ਭਾਵ ਤਿਆਗ ਕੇ, ਜਦੋਂ ਉਹਨਾਂ ਨੂੰ ਸਭ ਕੇ ਸੁੱਝਣ ਲੱਗ ਪੈਂਦਾ, ਫਿਰ ਉਹ ਸਾਰਿਆਂ ਜੀਆਂ ਉੱਤੇ ਦਇਆ ਕਰਦੇ ਨੇ। ਨਾਨਕ ਤਾਕੋ ਮਿਲੇ ਵਡਾਈ, ਉਸ ਮਨੁੱਖ ਨੂੰ ਵਡਿਆਈ ਮਿਲਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਘਰ ਵਿੱਚ। ਆਪ ਪਛਾਣੈ ਸਰਬ ਜੀਆਂ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪਹਿਚਾਣਦਾ ਹੈ ਕਿ ਜਿਵੇਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਜੀਵਾਂ ਵਿੱਚ ਸਮਾਇਆ ਹੋਇਆ ਹੈ, ਉਹ ਹੀ ਮੇਰੇ ਵਿੱਚ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਮੇਰੇ ਵਿੱਚ ਹੈ,
ਉਹ ਹੀ ਬਾਕੀ ਸਾਰਿਆਂ ਵਿੱਚ ਏ। ਸੋ ਹੁਣ ਜਦੋਂ ਇਹ ਅਵਸਥਾ ਬਣਦੀ ਉਦੋਂ ਫਿਰ ਫਰਕ ਨਹੀਂ ਜਾਪਦਾ, ਨਾ ਆਪਣੇ ਵਿੱਚ, ਨਾ ਪਰਾਏ ਵਿੱਚ, ਨਾ ਸੱਜਣ ਵਿੱਚ, ਨਾ ਦੁਸ਼ਮਣ ਵਿੱਚ, ਨਾ ਬੁਰੇ ਵਿੱਚ, ਨਾ ਭਲੇ ਵਿੱਚ। ਸਗੋਂ ਦੋਹਾਂ ਤਰ੍ਹਾਂ ਦੇ ਲੋਕਾਂ ਵਿੱਚ ਉਸ ਪਰਮਾਤਮਾ ਦੀ ਜੋਤ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਤੇ ਉਹ ਇਸ ਤਰ੍ਹਾਂ ਮੰਨਦੇ ਨੇ ਉਹ ਲੋਕ, ਜਿਵੇਂ ਅਸੀਂ ਇੱਕ ਕੋਇਨ ਦੇ ਦੋ ਪਾਸੇ ਮੰਨਦੇ ਹਾਂ ਤੇ ਅਸੀਂ ਆਪ ਹੀ ਮਿਥ ਲੈਂਦੇ ਹਾਂ ਕਿ ਆਹ ਪਾਸਾ ਸਿੱਧਾ ਤੇ ਆਹ ਪਾਸਾ ਪੁੱਠਾ ਹੈ। ਉਹ ਇੱਕ ਪਾਸਾ ਸਿੱਧਾ ਅਸੀਂ ਮੰਨ ਲੈਂਦੇ ਹਾਂ, ਦੂਜਾ ਪਾਸਾ ਉਸੇ ਕੋਇਨ ਦਾ ਅਸੀਂ ਪੁੱਠਾ ਮੰਨ ਲੈਂਦੇ ਹਾਂ, ਪਰ ਉਹ ਇੱਕ ਸਿੱਕੇ ਦੇ ਹੀ ਦੋਵੇਂ ਪਹਿਲੂ ਨੇ, ਉਹ ਵੱਖਰੇ ਨਹੀਂ ਹਨ ਇੱਕ ਦੂਜੇ ਤੋਂ। ਸੋ ਇਹ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹ ਇਸ ਤਰ੍ਹਾਂ ਹੀ ਸਮਝਦੇ ਨੇ ਕਿ ਬੁਰਾ ਤੇ ਭਲਾ, ਚੰਗਾ ਤੇ ਮਾੜਾ, ਦੁਸ਼ਮਣ ਤੇ ਸੱਜਣ, ਅਮੀਰ ਤੇ ਗਰੀਬ, ਨਫ਼ਰਤ ਕਰਨ ਵਾਲਾ, ਪਿਆਰ ਕਰਨ ਵਾਲਾ, ਇਹ ਸਾਰੇ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ, ਇਹਨਾਂ 'ਚ ਕੋਈ ਫਰਕ ਨਹੀਂ। ਜੇ ਨਫ਼ਰਤ ਕਰਨ ਵਾਲਾ ਨਾ ਹੋਵੇ ਤੇ ਪਿਆਰ ਕਰਨ ਵਾਲੇ ਦਾ ਪਤਾ ਹੀ ਨਾ ਲੱਗੇ, ਜੇ ਬੁਰਾ ਨਾ ਹੋਵੇ ਤੇ ਭਲੇ ਦਾ ਵੀ ਅਸੀਂ ਕਿਵੇਂ ਪਹਿਚਾਣ ਕਰਾਂਗੇ, ਜੇ ਰਾਤ ਨਾ ਪੈਂਦੀ ਹੋਵੇ ਤੇ ਦਿਨ ਦੀ ਪਹਿਚਾਣ ਕੀ ਹੋ ਸਕੇਗੀ, ਕੁਛ ਵੀ ਨਹੀਂ। ਸੋ ਇਹ ਚੀਜ਼ਾਂ ਪਰਮੇਸ਼ਰ ਨੇ ਬਣਾਈਆਂ ਨੇ, ਔਰ ਇਸ ਲਈ ਹੀ ਬਣਾਈਆਂ ਨੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕੀਏ, ਇਹਨਾਂ ਦੇ ਗੁਣ ਤੇ ਅਵਗੁਣ ਵੇਖ ਕੇ ਅਸੀਂ ਕਿਸੇ ਚੰਗੇ ਨਤੀਜੇ ਤੇ ਪਹੁੰਚ ਸਕੀਏ। ਕਿ ਜੇ ਅਸੀਂ ਮਾੜੇ ਵਿੱਚ ਅਵਗੁਣ ਵੇਖ ਰਹੇ ਹਾਂ ਤੇ ਇਸ ਨਤੀਜੇ ਤੇ, ਇਸ ਸਿੱਟੇ ਤੇ ਪਹੁੰਚ ਸਕੀਏ ਕਿ ਇਹਨਾਂ ਆ ਔਗਣ ਨੇ, ਇਹਨਾਂ ਦਾ ਮੈਂ ਤਿਆਗ ਕਰਨਾ ਹੈ। ਜੋ ਚੀਜ਼ਾਂ ਹੋਣ ਹੀ ਨਾ ਤੇ ਅਸੀਂ ਕਿਵੇਂ ਵੇਖ ਕੇ ਕਿਵੇਂ ਆਪਣੇ ਆਪ ਨੂੰ ਪਰਖੀਏ। ਸੋ ਇਸ ਲਈ ਇਹੋ ਜਿਹਾ ਜਿਹੜਾ ਮਨੁੱਖ ਹੈ, ਜਿਸ ਦੀ ਗੱਲ ਇੱਥੇ ਇਸ ਪੌੜੀ ਵਿੱਚ ਕੀਤੀ ਗਈ ਹੈ, ਸੋ ਜੋਗੀ ਗੁਰ ਸ਼ਬਦ ਪਛਾਣੈ, ਜਿਹੜਾ ਗੁਰੂ ਦੇ ਸ਼ਬਦ ਨੂੰ ਪਹਿਚਾਣਦਾ ਹੈ, ਉਹ ਜੁੜਿਆ ਹੋਇਆ ਮਨੁੱਖ ਹੈ ਵਾਹਿਗੁਰੂ ਜੀ ਦੇ ਨਾਲ, ਉਸ ਨੂੰ ਹੀ ਵਡਿਆਈ ਮਿਲਦੀ ਹੈ ਰੱਬ ਦੇ ਘਰ ਵਿੱਚ। ਤੇ ਉਹ ਫਿਰ ਸਾਰਿਆਂ ਜੀਵਾਂ ਵਿੱਚ ਆਪਣੇ ਆਪੇ ਨੂੰ ਹੀ ਪਹਿਚਾਣਦਾ ਹੈ ਕਿ ਜੋ ਰੱਬੀ ਜੋਤ ਮੇਰੇ ਵਿੱਚ ਹੈ ਉਹੀ ਬਾਕੀਆਂ ਵਿੱਚ ਹੈ। ਸੋ ਪੌੜੀ ਨੰਬਰ 24 ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਦੋ ਤਿੰਨ ਚੀਜ਼ਾਂ ਹੀ ਸਮਝਾਈਆਂ ਨੇ ਕਿ ਇੱਕ ਤਾਂ ਇਹ ਸਾਰੀ ਬ੍ਰਹਿਮੰਡੀ ਰਚਨਾ ਪਰਮਾਤਮਾ ਤੋਂ ਹੀ ਪੈਦਾ ਹੁੰਦੀ ਹੈ ਤੇ ਆਖਰ ਨੂੰ ਉਹਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਬਚਨ ਲਿਖੇ ਨੇ ਗੁਰਬਾਣੀ ਵਿੱਚ, ਓੰਕਾਰ ਏਕੋ ਰਵ ਰਹਿਆ, ਸਭ ਏਕ ਸਮਾਹੇ ਸਮਾਵੈ ਗੋ। ਪਰਮਾਤਮਾ ਸਾਰਿਆਂ ਵਿੱਚ ਰਵਿਆ ਹੋਇਆ ਹੈ ਤੇ ਸਾਰੇ ਜੀਵ ਜੰਤੂ ਆਖਰ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਭਾਵ ਉਹਦੇ ਤੋਂ ਹੀ ਪੈਦਾ ਹੁੰਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਪਰ ਜਿੰਨਾ ਚਿਰ ਇਹ ਸ੍ਰਿਸ਼ਟੀ ਦੀ ਬਣਤਰ ਚੱਲਦੀ ਰਹਿੰਦੀ ਏ, ਇਸ ਤਰ੍ਹਾਂ ਇਹ ਹੁਕਮ ਮਾਲਕ ਦਾ ਵਰਤਦਾ ਰਹਿੰਦਾ ਹੈ, ਉਨਾ ਚਿਰ ਸਾਡੇ ਜੀਵਾਂ ਦੀ ਪਰਖ ਪੜਚੋਲ ਵੀ ਹੁੰਦੀ ਰਹਿੰਦੀ ਏ, ਚੰਗੇ ਤੇ ਮਾੜੇ ਦਾ ਫਰਕ ਵੀ ਨਜ਼ਰ ਆਉਂਦਾ ਰਹਿੰਦਾ। ਤੇ ਇਹ ਬਾਕੀ ਸਾਰੀਆਂ ਚੀਜ਼ਾਂ ਉਨਾ ਚਿਰ ਚੱਲਦੀਆਂ ਰਹਿੰਦੀਆਂ ਜਿੰਨਾ ਚਿਰ ਮਾਲਕ ਨੇ ਇਹ ਸ੍ਰਿਸ਼ਟੀ ਨੂੰ ਇਸ ਢੰਗ ਨਾਲ ਚਲਾਇਆ ਹੋਇਆ ਹੈ। ਤੇ ਅਸਲ 'ਚ ਮੁੱਢਲੀ ਗੱਲ ਇਹ ਹੈ ਕਿ ਉਹਦੇ ਤੋਂ ਹੀ ਸਭ ਕੁਝ ਪੈਦਾ ਹੋਇਆ ਤੇ ਅਖੀਰ ਨੂੰ ਭਾਵੇਂ ਅਰਬਾਂ ਖਰਬਾਂ ਸਾਲਾਂ ਬਾਅਦ ਉਹਦੇ ਵਿੱਚ ਹੀ ਸਭ ਕੁਝ ਸਮਾ ਜਾਏਗਾ। ਸੋ ਦੂਜੀ ਗੱਲ ਇਹਦੇ ਵਿੱਚ ਸਾਨੂੰ ਦੱਸੇਗੀ ਕਿ ਸਾਨੂੰ ਸਤਿਗੁਰੂ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਜੇ ਜੀਵਨ ਵਿੱਚ ਅਪਣਾਈਏ ਤੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਤੀਜੀ ਗੱਲ ਇਹ ਦੱਸੀ ਕਿ ਜਿਹੜਾ ਗੁਰੂ ਦੇ ਸ਼ਬਦ ਨੂੰ ਪਹਿਚਾਣਦਾ ਹੈ, ਸਹੀ ਅਰਥਾਂ ਵਿੱਚ ਉਹ ਹੀ ਮਨੁੱਖ ਰੱਬ ਜੀ ਦੇ ਨਾਲ ਜੁੜਿਆ ਹੋਇਆ ਜੋਗੀ ਏ, ਬਾਕੀ ਸਾਰੇ ਆਪਣੇ ਵਰਗੇ ਗੱਲਾਂ ਵਾਲੇ ਹੀ ਨੇ। ਸੋ ਉਸ ਨੂੰ ਹੀ ਵਡਿਆਈ ਮਿਲਦੀ ਏ ਜਿਹੜਾ ਸਾਰਿਆਂ ਵਿੱਚੋਂ ਉਸ ਇੱਕ ਨੂੰ ਪਹਿਚਾਣਦਾ ਹੈ। ਸੋ ਪੌੜੀ ਨੰਬਰ 25 ਆਪਾਂ ਸ਼ੁਰੂ ਕਰਦੇ ਹਾਂ, ਜਿਹਦੇ ਵਿੱਚ ਗੁਰੂ ਸਾਹਿਬ ਆਖਦੇ ਨੇ, ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਉੱਤੇ ਸੀ ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ, ਤੇ ਹੋਣੇ ਸਾਚੋ ਉਪਜੈ ਸਾਚ ਸਮਾਵੈ। ਸਾਚੇ ਸੂਚੇ ਏਕ ਮਇਆ, ਏਕ ਮਇਆ ਦਾ ਇੱਥੇ ਅਰਥ ਹੈ ਇੱਕ ਮਈ ਹੋ ਜਾਣਾ, ਇੱਕ ਮਿਕ ਹੋ ਜਾਣਾ, ਕਿਸੇ ਵਿੱਚ ਇੱਕ ਮਿਕ ਹੋ ਜਾਣਾ। ਤੇ ਕਿਹਦੇ ਵਿੱਚ ਇੱਕ ਮਿਕ ਹੋਣਾ? ਉਹ ਤੇ ਸੂਚੇ ਵਿੱਚ, ਪਰਮਾਤਮਾ ਵਿੱਚ ਹੀ ਹੋਣਾ ਹੈ। ਸੋ ਅਸੀਂ ਸਾਰੇ ਜੀਵ ਜੰਤੂ ਸਾਚੋਂ ਉਪਜੈ, ਸੱਚ ਤੋਂ ਹੀ ਉਪਜਦੇ ਹਾਂ, ਸਾਚ ਸਮਾਵੈ, ਅਖੀਰ ਨੂੰ ਸੱਚ ਵਿੱਚ ਹੀ ਸਮਾ ਜਾਂਦੇ ਹਾਂ। ਸਾਚੇ ਸੂਚੇ ਏਕ ਮਇਆ, ਤੇ ਜਿਹੜੇ ਲੋਕ ਗੁਰੂ ਦੇ ਬਚਨਾਂ ਨੂੰ ਸਮਝ ਲੈਂਦੇ ਨੇ ਉਹ ਸੱਚੇ ਹੋ ਜਾਂਦੇ ਨੇ ਤੇ ਸੁੱਚੇ ਹੋ ਜਾਂਦੇ ਨੇ। ਸੁੱਚੇ ਹੋਣ ਤੋਂ ਮਤਲਬ
ਅੰਤਰਮੁਖੀ ਸੁੱਚੇ ਹੋਣਾ, ਨਾ ਕਿ ਸਰੀਰ ਦਾ ਸੁੱਚਿਆ ਹੋਣਾ ਬਾਹਰ ਮੁਖੀ। ਭਾਵੇਂ ਗੁਰਮਤਿ ਸਾਨੂੰ ਬਾਹਰੋਂ ਵੀ ਨਿਰਮਲ ਤੇ ਸਾਫ਼ ਸੁਥਰੇ ਰਹਿਣ ਦੀ ਤਾਕੀਦ ਕਰਦੀ ਏ, ਪਰ ਜ਼ਿਆਦਾ ਗੁਰੂਆਂ ਦਾ ਜ਼ੋਰ ਇਸ ਗੱਲ ਤੇ ਸੀ ਕਿ ਤੁਸੀਂ ਅੰਦਰੋਂ ਸ਼ੁੱਧ ਹੋਵੋ, ਅੰਦਰੋਂ ਸਾਫ਼ ਹੋਵੋ, ਅੰਦਰੋਂ ਵਿਕਾਰਾਂ ਦਾ ਖਾਤਮਾ ਕਰੋ। ਔਰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਬਚਨ ਹੀ ਆਖੇ ਸਨ ਕਿ ਸੂਚੇ ਨਾ ਆਖੀਐ ਬਹਿਨ ਜੇ ਪਿੰਡਾ ਤੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੀ ਹੋਂਦ ਟਿਕ ਜਾਂਦੀ ਏ, ਜਿਹੜੇ ਉਸ ਨੂੰ ਪਹਿਚਾਨ ਲੈਂਦੇ ਨੇ, ਸਹੀ ਮਾਇਨਿਆਂ ਵਿੱਚ ਉਹ ਸੱਚੇ ਤੇ ਸੁੱਚੇ ਹੋ ਜਾਂਦੇ ਨੇ। ਬਾਹਰੋਂ ਨਹਾ ਧੋ ਕੇ ਚੌਂਕੜੀ ਮਾਰ ਕੇ ਬਹਿਣ ਨਾਲ ਸ਼ਾਇਦ ਕੋਈ ਗੱਲ ਘੱਟ ਹੀ ਬਣਦੀ ਹੋਵੇਗੀ, ਬਣਦੀ ਤੇ ਜ਼ਰੂਰ ਹੈ, ਪਰ ਚਲੋ ਇੱਕਦਮ ਕੁਛ ਨਹੀਂ ਹੁੰਦਾ ਵੀ ਅਸੀਂ ਸਮਝੀਏ ਵੀ ਬੜੇ ਪੰਡਤ ਹੋ ਗਏ ਆ, ਨਹਾ ਧੋ ਕੇ ਤੇ ਬਹਿ ਗਏ ਆ। ਉਹ ਗੱਲ ਬਣਨ ਵਾਲੀ ਨਹੀਂ। ਅੰਦਰੋਂ ਸੁੱਚੇ ਹੋਣ ਦੀ ਲੋੜ ਹੈ। ਜਿਹੜੀਆਂ ਸਾਡੇ ਅੰਦਰ ਕਮਜ਼ੋਰੀਆਂ ਨੇ ਉਹਨਾਂ ਨੂੰ ਕੱਢਣ ਦੀ ਲੋੜ ਹੈ। ਤੇ ਕਮਜ਼ੋਰੀ 1 2 4 ਨਹੀਂ ਹਨ, ਬੇਅੰਤ ਹਨ। ਮਤ ਸਮਝ ਲੈਣਾ ਕਿ ਅਸੀਂ ਗੁਰਦੁਆਰੇ ਆਉਂਦੇ ਹਾਂ ਤੇ ਬੜੇ ਚੰਗੇ ਹੋ ਗਏ ਹਾਂ, ਕੁਛ ਨਹੀਂ ਬਣਿਆ। ਕੋਸ਼ਿਸ਼ ਕਰੋ, ਮੈਂ ਵੀ ਤੇ ਤੁਸੀਂ ਵੀ, ਉਸ ਮਾਲਕ ਦੀ ਮਿਹਰ ਦੇ ਪਾਤਰ ਬਣ ਸਕੀਏ। ਤੇ ਬਣਾਂਗੇ ਤਾਂ ਜੇ ਅੰਦਰੋਂ ਸੁੱਚੇ ਹੋਏ। ਤੇ ਜਿੰਨਾ ਚਿਰ ਅੰਦਰੋਂ ਸੁੱਚੇ ਨਹੀਂ ਹੋਵਾਂਗੇ ਉਹਨਾਂ ਚਿਰ ਵਾਹਿਗੁਰੂ ਜੀ ਦੀ ਮਿਹਰ ਦਾ ਮੀਂਹ ਨਹੀਂ ਵਸਣ ਵਾਲਾ। ਤੇ ਦੂਜੇ ਪਾਸੇ ਗੁਰੂ ਜੀ ਆਖਦੇ ਨੇ, ਇੱਕ ਪਾਸੇ ਤੇ ਉਹ ਲੋਕ ਨੇ ਜਿਨ੍ਹਾਂ ਨੂੰ ਗੁਰਮੁਖ ਆਖੀਦਾ ਹੈ, ਉਹ ਲੋਕ ਸੱਚ ਤੋਂ ਉਪਜਦੇ ਨੇ, ਸੱਚ ਵਿੱਚ ਸਮਾ ਜਾਂਦੇ ਨੇ ਤੇ ਇੱਕਮਿਕ ਹੋ ਜਾਂਦੇ ਨੇ ਸੱਚੇ ਵਿੱਚ। ਦੂਜੇ ਪਾਸੇ ਮਨਮੁਖ ਕਿਸਮ ਦੇ ਲੋਕ ਨੇ ਜਿਹੜੇ ਝੂਠੇ ਆਵੈਂ ਠਵਰ ਨਾ ਪਾਵੈਂ, ਦੂਜੇ ਆਵਾ ਗਾਉਣ ਪਿਆ। ਹੁਣ ਸਤਿਗੁਰੂ ਦੱਸਦੇ ਨੇ ਕਿ ਕੁਝ ਇਹੋ ਜਿਹੇ ਮਨਮੁਖ ਲੋਕ ਨੇ ਜਿਹੜੇ ਸੰਸਾਰ ਵਿੱਚ ਉਹ ਵੀ ਪੈਦਾ ਹੁੰਦੇ ਨੇ, ਤੇ ਪੈਦਾ ਉਹ ਵੀ ਗੁਰਮੁਖਾਂ ਦੀ ਤਰ੍ਹਾਂ ਹੀ ਹੁੰਦੇ ਨੇ। ਗੁਰਮੁਖ ਵੀ ਮਾਂ ਤੋਂ ਹੀ ਜਨਮ ਲੈਂਦੇ ਨੇ ਤੇ ਮਨਮੁਖ ਵੀ ਮਾਂ ਤੋਂ ਹੀ ਜਨਮ ਲੈਂਦੇ ਨੇ। ਹੋਰ ਕੋਈ ਰਸਤਾ ਨਹੀਂ ਸੰਸਾਰ ਵਿੱਚ ਆਉਣ ਦਾ। ਪਰ ਫਰਕ ਕਿੰਨਾ ਵੱਡਾ ਇਹਨਾਂ ਦੋ ਪ੍ਰਕਾਰ ਦੇ ਲੋਕਾਂ ਵਿੱਚ। ਇੱਕ ਵਾਹਿਗੁਰੂ ਜੀ ਵਿੱਚ ਸਮਾ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ, ਤੇ ਇੱਕ ਝੂਠੇ ਆਵੈਂ ਠਵਰ ਨਾ ਪਾਵੈਂ, ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ ਇਸ ਦੁਨੀਆ ਵਿੱਚ। ਦੂਜਾ ਆਵਾ ਗਾਉਣ ਭਇਆ, ਉਹ ਦੂਜੇ ਭਾਵ ਵਿੱਚ ਲੱਗੇ ਰਹਿੰਦੇ ਨੇ, ਯਾਨੀ ਇੱਕ ਨਾਲੋਂ ਟੁੱਟੇ ਰਹਿੰਦੇ ਨੇ। ਦੂਜਾ ਭਾਵ ਇੱਥੇ ਅਰਥ ਹੈ ਮਾਇਆ, ਮਾਇਆ ਨਾਲ ਜੁੜੇ ਰਹਿੰਦੇ ਨੇ। ਤੇ ਆਵਾ ਗਾਉਣ ਭਇਆ ਤੋਂ ਮਤਲਬ ਹੈ ਉਹਨਾਂ ਦਾ ਆਉਣਾ ਤੇ ਜਾਣਾ। ਆਵਾ ਮਤਲਬ ਆਉਣਾ, ਗਵਨ ਮੈਨੇ ਜਾਣਾ। ਉਹ ਆਉਣਾ ਤੇ ਜਾਣਾ ਉਹਨਾਂ ਦਾ ਫਿਰ ਬਣਿਆ ਰਹਿੰਦਾ, ਉਹ ਕਦੀ ਵੀ ਮੁੱਕਦਾ ਨਹੀਂ। ਤੇ ਸਵਾਲ ਪੈਦਾ ਹੁੰਦਾ ਹੈ ਕਿ ਉਸ ਆਵਾ ਗਾਉਣ ਨੂੰ ਕਿਵੇਂ ਮੁਕਾਇਆ ਜਾ ਸਕਦਾ ਹੈ। ਗੁਰੂ ਜੀ ਆਖਦੇ ਨੇ, ਆਵਾ ਗਾਉਣ ਮਿਟੈ ਗੁਰ ਸ਼ਬਦੀ। ਆਵਾ ਗਾਉਣ ਮਿਟ ਸਕਦਾ ਹੈ, ਐਸੀ ਕੋਈ ਗੱਲ ਨਹੀਂ ਕਿ ਜੇ ਸਾਡੇ ਅੰਦਰ ਵਿਕਾਰ ਨੇ ਤੇ ਵਿਕਾਰ ਖਤਮ ਨਹੀਂ ਹੋ ਸਕਦੇ। ਜੇ ਅਸੀਂ ਹੁਣ ਤੱਕ ਝੂਠ ਦੇ ਆਧਾਰ ਤੇ ਜੀਵਨ ਜਿਉਂਦੇ ਰਹੇ ਤੇ ਅੱਗੋਂ ਅਸੀਂ ਸੱਚੇ ਨਹੀਂ ਹੋ ਸਕਦੇ, ਐਸਾ ਕੁਛ ਨਹੀਂ ਹੈ। ਅਸੀਂ ਅੱਜ ਹੀ ਬਦਲ ਸਕਦੇ ਹਾਂ, ਹੁਣੇ ਹੀ ਬਦਲ ਸਕਦੇ ਹਾਂ, 1 ਸੈਕਿੰਡ ਵਿੱਚ ਬਦਲ ਸਕਦੇ ਹਾਂ। ਗੱਲ ਤੇ ਇੰਨੀ ਕਿ ਉਹ ਬੁੱਲੇ ਨੇ ਆਖਿਆ ਸੀ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ ਵਾਲੀ ਗੱਲ ਹੀ, ਹੋਰ ਕੁਛ ਵੀ ਨਹੀਂ ਹੈਗਾ। ਪਰ ਅਸੀਂ ਜਕੜੇ ਇੰਨੇ ਜ਼ਿਆਦਾ ਗਏ ਹਾਂ ਇਸ ਮਾਇਆ ਮੋਹ ਮਮਤਾ ਦੇ ਵਿੱਚ ਕਿ ਛੁੱਟ ਨਹੀਂ ਪਾ ਰਹੇ। ਅਸੀਂ ਸੰਗਤ ਵਿੱਚ ਬੈਠਦੇ ਹਾਂ, ਗੁਰੂਆਂ ਦੇ ਬਚਨ ਸੁਣਦੇ ਹਾਂ, ਗੱਲਾਂ ਬਾਤਾਂ ਵਿਦਵਾਨਾਂ ਦੀਆਂ ਸੁਣਦੇ ਹਾਂ, ਤੇ ਮਨ ਵਿੱਚ ਹੌਸਲਾ ਜਿਹਾ ਬਣ ਜਾਂਦਾ ਹੈ ਕਿ ਹੁਣ ਅਸੀਂ ਆਪਣੇ ਆਪ ਨੂੰ ਬਦਲ ਲੈਣਾ ਹੈ। ਹੁਣ ਮੈਂ ਸਵੇਰੇ ਉੱਠਿਆ ਕਰਾਂਗਾ, ਹੁਣ ਮੈਂ ਝੂਠ ਨਹੀਂ ਬੋਲਾਂਗਾ, ਹੁਣ ਮੈਂ ਲੜਾਈਆਂ ਨਹੀਂ ਕਰਾਂਗਾ, ਹੁਣ ਮੈਂ ਕਿਸੇ ਨਾਲ ਹੇਰਾਫੇਰੀ ਨਹੀਂ ਕਰਾਂਗਾ, ਮੈਂ ਕਿਸੇ ਨੂੰ ਨਫ਼ਰਤ ਨਹੀਂ ਕਰਾਂਗਾ। ਉਦੋਂ ਅਸੀਂ ਬਣਾਉਂਦੇ ਹਾਂ ਆਪਣਾ ਮਨ ਇਹੋ ਜਿਹਾ। ਪਰ ਜਿਵੇਂ ਹੀ ਬਾਹਰ ਨਿਕਲਦੇ ਹਾਂ, ਦੁਨੀਆ ਵਿੱਚ ਵਿਚਰਦੇ ਹਾਂ, ਤੇ ਫਿਰ ਸਾਰੀਆਂ ਉਹੀ ਬਿਮਾਰੀਆਂ ਸਾਡੇ ਨਾਲ ਹੀ ਮੌਜੂਦ ਹੁੰਦੀਆਂ ਨੇ। ਸੋ ਇਸ ਕਾਰਨ ਸਾਡਾ ਆਵਾਗਮਨ ਮੁੱਕਦਾ ਨਹੀਂ। ਇਸ ਨੂੰ ਮੁਕਾਇਆ ਜਾ ਸਕਦਾ ਹੈ, ਆਪਣੇ ਆਪ ਨੂੰ ਬਦਲਿਆ ਜਾ ਸਕਦਾ ਹੈ। ਕਿਵੇਂ? ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ। ਆਵਾਗਾਉਣ ਮਿਟੈ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ ਇਸ ਆਵਾਗਾਉਣ ਦੇ ਚੱਕਰ ਨੂੰ, ਤੇ ਆਵਾਗਾਉਣ ਦਾ ਚੱਕਰ ਜਿਹੜਾ ਬਣਦਾ ਹੈ ਉਹ ਝੂਠੇ ਆਵੇਂ ਠਵਰ ਨਾ ਪਾਵੇਂ। ਝੂਠ ਦੇ ਆਧਾਰ ਤੇ ਜਦੋਂ ਜੀਵਨ ਜਿਉਂਦੇ ਹਾਂ ਤੇ ਸਾਡਾ ਆਵਾਗਮਨ ਬਣਿਆ ਰਹਿੰਦਾ ਹੈ। ਜਦੋਂ ਸੱਚ ਦੇ ਆਧਾਰ ਤੇ ਜੀਵਨ ਜਿਉਂਦੇ ਹਾਂ, ਸਾਡਾ ਆਵਾਗਮਨ ਮੁੱਕ ਜਾਂਦਾ ਹੈ। ਸੋ ਇਹੀ ਗੁਰੂ ਦਾ ਸ਼ਬਦ ਹੈ ਭਾਈ, ਸੱਚੇ ਸੱਚ ਦੇ ਆਧਾਰ ਤੇ ਨਿਮਰਤਾ ਵਿੱਚ ਰਹਿ ਕੇ, ਵਿਕਾਰਾਂ ਤੋਂ ਬਚ ਕੇ, ਚੰਗੇ ਕਰਮ ਕਮਾ ਕੇ, ਵਾਹਿਗੁਰੂ ਜੀ ਨੂੰ ਯਾਦ ਕਰਕੇ ਜੀਵਨ ਜੀਵੋ, ਆਵਾਗਾਉਣ ਮਿਟ ਜਾਏਗਾ। ਇਹੀ ਗੁਰੂ ਦਾ ਬਚਨ ਹੈ, ਇਹੀ ਗੁਰੂ ਦਾ ਸ਼ਬਦ ਹੈ।
ਆਪੇ ਪਰਖੈ ਬਖਸ਼ ਲਿਆ। ਜਿਹੜੇ ਲੋਕ ਗੁਰੂ ਦੇ ਸ਼ਬਦ ਦੇ ਆਧਾਰ ਤੇ ਜੀਵਨ ਜਿਉਂਦੇ ਨੇ, ਵਾਹਿਗੁਰੂ ਜੀ ਫਿਰ ਉਹਨਾਂ ਦੀ ਪਰਖ ਵੀ ਕਰਦੇ ਨੇ ਕਿ ਕੀ ਸੱਚੀ ਮੁੱਚੀ ਇਹ ਗੁਰੂ ਦੇ ਸ਼ਬਦ ਦੇ ਆਧਾਰ ਤੇ ਜੀਵਨ ਜਿਉਂਦਾ ਹੈ ਕਿ ਸਿਰਫ ਆਪਣੀ ਜੌਬ ਲਈ ਇੱਥੇ ਬੈਠਾ ਹੈ। ਸੋ ਇਹ ਧਿਆਨ ਵਾਹਿਗੁਰੂ ਜੀ ਰੱਖਦੇ ਨੇ ਸਾਡਾ। ਪਰ ਜਿਹੜਾ ਮਨੁੱਖ ਪਰਖ ਵਿੱਚ ਪੂਰਾ ਉਤਰ ਜਾਂਦਾ ਹੈ, ਬਖਸ਼ ਲਿਆ, ਉਸ ਨੂੰ ਵਾਹਿਗੁਰੂ ਜੀ ਬਖਸ਼ ਲੈਂਦੇ ਨੇ ਤੇ ਉਹਦਾ ਆਵਾਗਮਨ ਮੁੱਕ ਜਾਂਦਾ ਹੈ ਤੇ ਉਹਦੇ ਸਾਰੇ ਵਿਕਾਰ ਦੂਰ ਹੋ ਜਾਂਦੇ ਨੇ। ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਮਨਮੁਖ ਲੋਕ ਨੇ, ਬੇਦਨਮੈ ਨੇ, ਦੁੱਖ ਵੇਦਨਾ ਜਿਹਨੂੰ ਅਸੀਂ ਆਖਦੇ ਹਾਂ, ਉਹਨਾਂ ਨੂੰ ਇਹ ਜਨਮ ਮਰਨ ਦਾ ਦੁੱਖ ਕਿਉਂ ਵਿਆਪਦਾ ਹੈ? ਉਹਨਾਂ ਨੂੰ ਰੱਬ ਜੀ ਨਾਲੋਂ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਕਿਉਂ ਬਣਿਆ ਰਹਿੰਦਾ ਹੈ? ਏਕਾ ਬੇਦਨ ਦੂਜੈ ਵਿਆਪੀ। ਇਸ ਦਾ ਕਾਰਨ ਗੁਰੂ ਜੀ ਨੇ ਦੱਸਿਆ, ਗੁਰ ਕੈ ਨਾਮ ਰਸਾਇਣ ਵਿਸਰਿਆ। ਜਿਹੜਾ ਪਰਮਾਤਮਾ ਦਾ ਨਾਮ ਹੈ, ਉਹ ਰਸਾਂ ਦਾ ਘਰ ਹੈ, ਉਹ ਵਿਸਰ ਗਿਆ। ਸੋ ਇਹਦਾ ਮਤਲਬ ਹੈ ਕਿ ਜਿਸ ਵੀ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ, ਉਸ ਨੂੰ ਇਹ ਵਿਛੋੜੇ ਦਾ ਦੁੱਖ ਸਤਾਉਣ ਲੱਗ ਪੈਂਦਾ ਹੈ। ਸੋ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਸਾਡੇ ਜੀਵਨ ਦਾ ਲਕਸ਼ ਹੋਣਾ ਚਾਹੀਦਾ ਹੈ, ਮਨੋਰਥ ਹੋਣਾ ਚਾਹੀਦਾ ਹੈ। ਤਾਂ ਇਹ ਹੀ ਹੈ, ਪਰ ਅਸੀਂ ਭੁੱਲ ਗਏ ਹਾਂ। ਸੋ ਇੱਕ ਵਿਛੋੜਾ, ਇੱਕ ਦੁੱਖ ਭੂਖ ਵਾਲੀ ਜਿਹੜੀ ਗੱਲ ਹੈ, ਉਹ ਇੱਥੋਂ ਹੀ ਸ਼ੁਰੂ ਹੁੰਦੀ ਹੈ ਕਿ ਵਿਛੜ ਕੇ ਅਸੀਂ ਦੁਖੀ ਹੋ ਰਹੇ ਹਾਂ ਤੇ ਉਹਦੇ ਨਾਲ ਮਿਲਾਪ ਹੋਣਾ ਹੈ। ਨਾਮ ਰਸਾਇਣ ਨੂੰ ਯਾਦ ਕਰਿਆ। ਇਸ ਗੱਲ ਨੂੰ ਸੋ ਬੁੱਝ ਹੈ ਜਿਸ ਆਪ ਬੁਝਾਏ। ਇਹ ਵੇਖੋ, ਹੁਣ 2-3 ਚੀਜ਼ਾਂ ਇਹਨਾਂ 4 ਲਾਈਨਾਂ ਵਿੱਚ ਆ ਗਈਆਂ। ਇੱਕ ਤਾਂ ਹੁਣ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਭਈ ਜਿਹੜੇ ਗੁਰਮੁਖ ਲੋਕ ਹੁੰਦੇ ਨੇ ਉਹ ਸੱਚ ਵਿੱਚ ਸਮਾ ਜਾਂਦੇ ਨੇ, ਜਿਹੜੇ ਮਨਮੁਖ ਲੋਕ ਹੁੰਦੇ ਨੇ ਉਹ ਆਵਾਗਾਉਣ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਪਰ ਕੀ ਆਵਾਗਾਉਣ ਮਿਟਾਇਆ ਜਾ ਸਕਦਾ ਹੈ? ਹਾਂ, ਗੁਰੂ ਦੇ ਸ਼ਬਦ ਤੇ ਗੁਰੂ ਦੀ ਸਿੱਖਿਆ ਦੁਆਰਾ ਇਸ ਆਵਾਗਾਉਣ ਨੂੰ ਮਿਟਾਇਆ ਜਾ ਸਕਦਾ ਹੈ। ਇਹ ਜਿਹੜਾ ਵਿਛੋੜੇ ਵਾਲਾ ਤੇ ਆਵਾਗਾਉਣ ਵਾਲਾ ਦੁੱਖ ਹੈ, ਇਹ ਵਾਪਰਦਾ ਕਿਉਂ ਹੈ? ਪਰਮਾਤਮਾ ਨੂੰ ਭੁਲਾਇਆ ਇਹ ਦੁੱਖ ਵਾਪਰਦਾ ਹੈ। ਸੋ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝ ਲੈਂਦਾ, ਸੋ ਬੁੱਝ ਹੈ ਜਿਸ ਆਪ ਬੁਝਾਏ। ਉਹ ਬੁੱਝਦਾ ਹੈ ਜਿਹਨੂੰ ਮਾਲਕ ਆਪ ਬੁਝਾ ਦੇਵੇ, ਜਿਹਦੇ ਉੱਤੇ ਆਪ ਮਾਲਕ ਕਿਰਪਾ ਕਰ ਦੇਵੇ। ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਲੋਕ, ਆਪਾਂ ਹੀ ਇਕੱਲੇ ਨਹੀਂ, ਪੂਰੀ ਦੁਨੀਆ ਦੇ ਅੰਦਰ ਜਿੰਨੇ ਵੀ ਲੋਕ ਸਤ ਸੰਗਤ ਵਿੱਚ ਮਿਲ ਬੈਠਦੇ ਨੇ, ਉਹਨਾਂ ਨੂੰ ਆਪ ਬੁਝਾ ਰਿਹਾ ਹੈ ਵਾਹਿਗੁਰੂ। ਉਹਨਾਂ ਨੂੰ ਆਪ ਦੱਸ ਰਿਹਾ ਹੈ ਕਿ ਆਹ ਚੀਜ਼ਾਂ ਵਾਪਰਦੀਆਂ ਨੇ। ਜੇ ਆਹ ਚੀਜ਼ਾਂ ਅਪਣਾ ਲਓਗੇ ਤੇ ਆਵਾਗਾਉਣ ਮੁੱਕ ਜਾਏਗਾ, ਜੇ ਆਹ ਅਪਣਾਓਗੇ ਤੇ ਆਵਾਗਾਉਣ ਬਣਿਆ ਰਹੇਗਾ। ਇਹ ਪਰਮੇਸ਼ਰ ਮਹਾਂਪੁਰਸ਼ਾਂ ਗੁਰੂਆਂ ਰਾਹੀਂ ਸਾਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪਰਮਾਤਮਾ ਆਪ ਹੀ ਬੁਝਾ ਰਹੇ ਨੇ, ਆਪ ਹੀ ਦੱਸ ਰਹੇ ਨੇ ਕਿ ਭਾਈ ਇਸ ਗੱਲ ਨੂੰ ਸਮਝੋ। ਅਸੀਂ ਸਮਝ ਰਹੇ ਹਾਂ ਕਿ ਸਾਨੂੰ ਫਲਾਣਾ ਬੰਦਾ ਇਹ ਗੱਲ ਕਹਿ ਰਿਹਾ ਸੀ। ਗੁਰੂ ਨਾਨਕ ਦਾ ਮੱਤ ਹੈ ਕਿ ਅਕਾਲ ਪੁਰਖ ਵਾਹਿਗੁਰੂ ਉਸ ਬੰਦੇ ਦੇ ਰਾਹੀਂ ਬੋਲ ਰਿਹਾ ਹੈ ਤੇ ਉਹ ਤੁਹਾਨੂੰ ਦੱਸ ਰਿਹਾ, ਔਰ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ। ਗੁਰ ਕਾ ਸ਼ਬਦ ਸੋ ਮੁਕਤ ਪਿਆ। ਜਿਸ ਨੇ ਗੁਰੂ ਦੇ ਬਚਨਾਂ ਰਾਹੀਂ ਇਹਨਾਂ ਚੀਜ਼ਾਂ ਨੂੰ ਸਮਝ ਲਿਆ, ਜਿਨ੍ਹਾਂ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਆਪ ਸਮਝਾ ਦਿੱਤਾ, ਉਹ ਗੁਰੂ ਦੇ ਸ਼ਬਦ ਰਾਹੀਂ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਗਿਆ, ਇਸ ਹਉਮੈ ਤੋਂ, ਦੂਜੇ ਭਾਵ ਤੋਂ ਮੁਕਤ ਹੋ ਗਿਆ। ਸੋ ਮੁਕਤ ਇੱਥੇ ਹੋਣ ਦਾ ਮਤਲਬ ਜਨਮ ਮਰਨ ਤੋਂ ਵੀ ਹੈ, ਪਰ ਪਹਿਲਾ ਮੁਕਤ ਅਸੀਂ ਹਉਮੈ ਤੋਂ ਹੋਣਾ ਹੈ। ਪਹਿਲਾ ਮੁਕਤ ਅਸੀਂ ਦੂਜੇ ਭਾਵ ਤੋਂ ਹੋਣਾ ਹੈ। ਪਹਿਲਾ ਮੁਕਤ ਅਸੀਂ ਮਾਇਆ ਦੇ ਝਮੇਲਿਆਂ ਤੋਂ ਹੋਣਾ ਹੈ। ਮਾਇਆ ਨੂੰ ਛੱਡ ਕੇ ਨਹੀਂ ਦੌੜਨਾ, ਪਰ ਉਹਦੇ ਨਾਲੋਂ ਆਪਣਾ ਮੋਹ ਤੋੜਨਾ ਹੈ। ਉਸ ਤੋਂ ਆਪਣੀ ਆਤਮਿਕ ਅਵਸਥਾ ਨੂੰ ਉੱਚਿਆਂ ਚੁੱਕਣਾ ਹੈ। ਸੋ ਗੁਰੂ ਜੀ ਆਖਦੇ ਨੇ, ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਅਤੇ ਦੂਜੇ ਭਾਵ ਨੂੰ ਪਰ ਹਰਿਆ ਤੋਂ ਮਤਲਬ ਇਹ ਤਿਆਗ ਦਿੱਤਾ, ਉਹਨਾਂ ਨੂੰ ਤਾਰਨਹਾਰ ਅਕਾਲ ਪੁਰਖ ਵਾਹਿਗੁਰੂ ਧਾਰ ਲੈਂਦਾ ਹੈ। ਸੋ ਸਾਨੂੰ ਕੁਝ ਕਰਨਾ ਪੈਣਾ ਹੈ। ਕਰਨਾ ਪੈਣ ਤੋਂ ਭਾਵ ਕਿ ਹਉਮੈ ਦਾ ਤਿਆਗ ਕਰਨਾ ਪੈਣਾ ਹੈ ਤੇ ਮਾਇਆ ਮੋਹ ਤੋਂ ਆਪਣੇ ਆਪ ਨੂੰ ਆਤਮਿਕ ਤੌਰ ਤੇ ਉੱਚਾ ਉਠਾਉਣਾ ਪੈਣਾ। ਇਹਦੇ ਵਿੱਚ ਰਹਿੰਦਿਆਂ
ਆਪਣੇ ਆਪ ਨੂੰ ਇਸ ਤੋਂ ਉੱਚਾ ਉਠਾਉਣਾ ਪਏਗਾ। ਜੇ ਆਪਾਂ ਇਹ ਕੰਮ ਕਰ ਲਵਾਂਗੇ ਤੇ ਤਾਰੇ ਤਾਰਨ ਹਾਰਾ। ਹੁਣ ਜਿਵੇਂ ਬੱਚੇ ਸਕੂਲ ਵਿੱਚ ਪੜ੍ਹਦੇ ਨੇ, ਉਹਨਾਂ ਨੂੰ ਹੋਮਵਰਕ ਦਿੱਤਾ ਜਾਂਦਾ ਹੈ, ਉਹਨਾਂ ਨੂੰ ਕਲਾਸ ਵਰਕ ਹੁੰਦਾ ਹੈ, ਉਹਨਾਂ ਦੇ ਪਰਚੇ ਹੁੰਦੇ ਨੇ, ਕਿੰਨਾ ਕੁਛ ਹੁੰਦਾ ਹੈ, ਉਹਨਾਂ ਨੂੰ ਵੱਖਰੀਆਂ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਇਹਦੇ ਨਾਲ ਨਾਲ ਆਹ ਵੀ ਕੰਮ ਕਰੋ। ਜੇ ਉਹ ਕਰਦੇ ਨੇ ਤੇ ਫਿਰ ਅਖੀਰ ਤੇ ਇੰਨਾ ਹੀ ਨਹੀਂ ਕਿ ਉਹਨੇ ਸਾਰਾ ਸਾਲ ਬੜਾ ਸੋਹਣਾ ਕੰਮ ਕੀਤਾ ਹੈ ਤੇ ਉਹਨੂੰ ਸਰਟੀਫਿਕੇਟ ਮਿਲ ਜਾਏਗਾ। ਨਹੀਂ, ਫਿਰ ਉਹਦਾ ਇੱਕ ਪਰਚਾ ਪਏਗਾ, ਇਮਤਿਹਾਨ ਹੋਏਗਾ, ਉਹਨੂੰ ਟੈਸਟ ਕੀਤਾ ਜਾਏਗਾ। ਜੇ ਉਸ ਨੂੰ ਪਾਸ ਕਰਦਾ ਹੈ ਤੇ ਉਸ ਨੂੰ ਸਰਟੀਫਿਕੇਟ ਦੇ ਦਿੱਤਾ ਜਾਏਗਾ। ਸੋ ਇੱਥੇ ਉਹੋ ਹੀ ਸਿਧਾਂਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਇਹ ਸਮਾਂ ਦਿੱਤਾ ਹੈ। ਇਸ ਸਮੇਂ ਵਿੱਚ ਸਾਨੂੰ ਆ ਸਾਰੇ ਹੋਮਵਰਕ ਤੇ ਕਲਾਸ ਵਰਕ ਦਿੱਤੇ ਜਾ ਰਹੇ ਨੇ ਕਿ ਆਹ ਚੀਜ਼ਾਂ ਕਰੋਗੇ ਤੇ ਵਾਹਿਗੁਰੂ ਜੀ ਆਪੇ ਪਰਖ ਕਰੇਗਾ, ਸਾਡੀ ਪਰਚਾ ਪਾਏਗਾ। ਜੇ ਅਸੀਂ ਉਸ ਪਰਚੇ ਚੋਂ ਪਾਸ ਹੋਵਾਂਗੇ, ਤਾਰੇ ਤਾਰਨ ਹਾਰਾ ਸਰਟੀਫਿਕੇਟ ਦੇ ਦੇਗਾ ਵੀ ਜਾ ਹੁਣ ਤੂੰ ਫਰੀ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਕੁਛ ਕਰਨਾ ਮੰਗਦੀਆਂ ਨੇ, ਕੇਵਲ ਸੁਣ ਲੈਣਾ, ਕੇਵਲ ਇਸ ਦੀ ਵਿਆਖਿਆ ਕਰ ਲੈਣਾ ਜਾਂ ਵਿਆਖਿਆ ਪੜ੍ਹ ਲੈਣਾ ਤੇ ਇਹ ਇੱਕ ਚੰਗਾ ਕਰਮ ਹੈ। ਪਰ ਇਹ ਸਭ ਕੁਛ ਨਹੀਂ। ਇਹ ਇੱਕ ਚੰਗਾ ਕਰਮ ਹੈ ਕਿਉਂਕਿ ਅਸੀਂ ਇਸ ਨੂੰ ਕਰਾਂਗੇ ਤੇ ਸਾਡੇ ਅੰਦਰ ਇਹ ਚੀਜ਼ਾਂ ਬੈਠਣਗੀਆਂ ਕਿ ਸਾਨੂੰ ਬਾਰ-ਬਾਰ ਗੁਰੂ ਜੀ ਕਹਿ ਰਹੇ ਨੇ ਵੀ ਚੰਗੇ ਕਰਮ ਕਮਾਓ, ਰੱਬ ਦੀ ਭਗਤੀ ਕਰੋ, ਨਾਮ ਜਪੋ, ਮਾੜੀਆਂ ਚੀਜ਼ਾਂ ਦਾ ਤਿਆਗ ਕਰੋ। ਬਾਰ-ਬਾਰ ਕਹਿ ਰਹੇ ਨੇ ਤੇ ਹੋ ਸਕਦਾ ਇੱਕ ਦਿਨ ਅਸੀਂ ਹੌਲੀ-ਹੌਲੀ ਚੀਜ਼ਾਂ ਮਾੜੀਆਂ ਛੱਡਦੇ ਸਾਰੀਆਂ ਹੀ ਛੱਡ ਜਾਈਏ ਤੇ ਚੰਗੀਆਂ ਅਪਣਾਉਂਦੇ ਸਾਰੀਆਂ ਹੀ ਚੰਗੀਆਂ ਅਪਣਾ ਲਈਏ। ਇਹ ਹੋ ਸਕਦਾ ਹੈ। ਸੋ ਇਸ ਲਈ ਸਾਨੂੰ ਹਮੇਸ਼ਾ ਸਾਧ ਸੰਗਤ ਕਰਨੀ ਚਾਹੀਦੀ ਹੈ, ਹਮੇਸ਼ਾ ਗੁਰੂ ਦੇ ਬਚਨ ਪਿਆਰ ਨਾਲ ਸੁਣਨੇ ਚਾਹੀਦੇ ਨੇ, ਸਮਝਣੇ ਚਾਹੀਦੇ ਨੇ ਤੇ ਫਿਰ ਉਹਨਾਂ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਸੋ ਇੰਨਾ ਕਾਫੀ ਅੱਜ ਦੇ ਲਈ। 40 ਕੁ ਮਿੰਟ ਹੋ ਗਏ ਨੇ। ਠੀਕ ਹੀ, ਹਾਂਜੀ। ਸੋ ਅਗਲਾ ਫਿਰ ਆਪਾਂ ਪੌੜੀ ਨੰਬਰ 26 ਤੋਂ ਅਗਲੀ ਕਲਾਸ ਵਿੱਚ ਸ਼ੁਰੂ ਕਰ ਲਵਾਂਗੇ, ਜਿਹਦੇ ਵਿੱਚ ਉਹਨਾਂ ਨੇ ਮਨਮੁਖ ਭੂਲੈ ਜਮ ਕੀ ਕਾਨ। ਜਿਹੜੇ ਲੋਕ ਰੱਬ ਜੀ ਨਾਲੋਂ ਟੁੱਟ ਜਾਂਦੇ ਨੇ, ਮਾਲਕ ਨੂੰ ਭੁਲਾ ਦਿੰਦੇ ਨੇ, ਉਹਨਾਂ ਨੂੰ ਜਮਾਂ ਦੀ ਮੁਥਾਜੀ ਸਹਿਣੀ ਪੈਂਦੀ ਹੈ। ਸੋ ਉੱਥੋਂ ਅਸੀਂ ਫਿਰ ਅਗਲੀ ਕਲਾਸ ਵਿੱਚ ਗੱਲ ਸ਼ੁਰੂ ਕਰਾਂਗੇ ਕਿ ਕਿਹੜਿਆਂ ਜਮਾਂ ਦੀ ਮੁਥਾਜੀ ਸਹਿਣੀ ਪੈਂਦੀ ਹੈ। ਤੇ ਅਸੀਂ ਵੈਸੇ ਜ਼ਿਆਦਾਤਰ ਇਹ ਸੋਚਦੇ ਹਾਂ ਕਿ ਜਿਹੜੇ ਮੌਤ ਵਾਲੇ ਜਮ ਜਦੋਂ ਆਉਂਦੇ ਨੇ, ਹਾਲਾਂਕਿ ਜਮ ਕਿਸੇ ਕਦੀ ਵੇਖੇ ਨਹੀਂ, ਪਰ ਫਿਰ ਵੀ ਕਹਿ ਰਹੇ ਨੇ ਕਿ ਜਮ ਆਉਂਦੇ ਨੇ ਲੈਣ। ਪਤਾ ਨਹੀਂ ਹੁੰਦੇ ਹੋਣਗੇ, ਕਿਤੋਂ ਸ਼ੁਰੂ ਹੋਣਗੇ। ਆਪਾਂ ਹੀ ਕੀਤੇ ਨੇ, ਜਾਂ ਦੋ ਵੱਖਰੇ ਵੱਖਰੇ ਰਾਜ ਨੇ ਤੇ ਇੱਕ ਕਈ ਤਰ੍ਹਾਂ ਦੇ ਰਾਜ ਨੇ। ਪਰ ਚਲੋ ਆਪਾਂ ਫਿਰ ਅਗਲੀ ਕਲਾਸ ਵਿੱਚ ਇੱਥੋਂ ਸ਼ੁਰੂ ਕਰਕੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਮਿਹਰ ਕਰਨ, ਅਸੀਂ ਜੋ ਗੁਰੂ ਦੀ ਬਾਣੀ ਰਾਹੀਂ ਸਮਝਦੇ ਹਾਂ ਉਸ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।